ਪੋਲਟੀ ਇੰਡੀਅਨ ਪੋਲਟੀ ਡੇ 6 ਆਪਾਂ ਅੱਜ 6ਵਾਂ ਠੀਕ ਹੈ ਦਿਨ ਕਰ ਰਹੇ ਹਾਂ ਪੋਲਟੀ ਦਾ। ਰਾਸ਼ਟਰਪਤੀ ਬਾਰੇ ਵੈਸੇ ਤੁਹਾਨੂੰ ਇੱਕ ਵਾਰੀ ਆਪਾਂ ਆਹ ਚੀਜ਼ ਕਰ ਲਈਏ। ਸੰਸਦੀ ਸ਼ਾਸਨ ਪ੍ਰਣਾਲੀ ਇਹ ਆਪਾਂ ਸਟਾਰਟਿੰਗ 'ਚ ਕੀਤਾ ਸੀ, ਤੁਹਾਨੂੰ ਜਦੋਂ ਫੀਚਰ ਸਮਝਾਈਆਂ ਸੀਗੀਆਂ ਉਹ ਤੁਹਾਨੂੰ ਦੱਸਿਆ ਜਿਹੜਾ ਇੰਡੀਆ ਆਪਣਾ ਦੇਸ਼ ਜਿਹੜਾ ਭਾਰਤ ਦੇਸ਼ ਹੈ ਉਹਦੇ ਵਿੱਚ ਕੀ ਹੈਗਾ, ਆਪਣੇ ਦੇਸ਼ 'ਚ ਕਿਹੋ ਜਿਹੀ ਪ੍ਰਣਾਲੀ ਹੈ, ਸੰਸਦੀ ਸ਼ਾਸਨ ਪ੍ਰਣਾਲੀ ਹੈ। ਆਪਣੇ ਜਿਹੜਾ ਦੇਸ਼ ਹੈਗਾ, ਜਿਵੇਂ ਹੁਣ ਅਮਰੀਕਾ ਦੀ ਗੱਲ ਕਰੀਏ, ਅਮਰੀਕਾ ਵਿੱਚ ਹੁੰਦਾ ਰਾਸ਼ਟਰਪਤੀ, ਠੀਕ ਹੈ ਜੀ, ਰਾਸ਼ਟਰਪਤੀ ਸ਼ਾਸਨ ਪ੍ਰਣਾਲੀ ਬੋਲਦੇ ਨੇ ਉੱਥੇ। ਰਾਸ਼ਟਰਪਤੀ ਸ਼ਾਸਨ, ਰਾਸ਼ਟਰਪਤੀ ਕੀ ਹੈਗਾ, ਸੁਪਰੀਮ ਹੈ। ਆਪਣੇ ਹੈਗੇ ਸੰਸਦੀ ਸ਼ਾਸਨ ਪ੍ਰਣਾਲੀ। ਸੰਸਦੀ ਪ੍ਰਸ਼ਾਸਨ ਪ੍ਰਣਾਲੀ ਵਿੱਚ ਸੁਪਰੀਮ ਕੌਣ ਹੁੰਦਾ, ਸਭ ਤੋਂ ਉੱਪਰ ਸੰਸਦ। ਕੌਣ ਹੁੰਦਾ ਸਭ ਤੋਂ ਉੱਪਰ, ਸੰਸਦ। ਸੰਸਦ ਸ਼ਾਸਨ ਦੀ ਪ੍ਰਣਾਲੀ ਹੈ। ਜਿਹੜੀ ਵੀ ਸਰਕਾਰ ਹੈਗੀ ਉਹ ਸੰਸਦ ਪ੍ਰਤੀ ਜਵਾਬਦੇਹ ਹੁੰਦੀ ਹੈ। ਕੋਈ ਵੀ ਸਰਕਾਰ ਹੈਗੀ ਹੈ ਉਹ ਜਨਤਾ ਪ੍ਰਤੀ ਤੇ ਸੰਸਦ ਪ੍ਰਤੀ ਕੀ ਹੁੰਦੀ ਹੈ, ਉਹ ਜਵਾਬਦੇਹ ਹੁੰਦੀ ਹੈ, ਉਹਨੂੰ ਜਵਾਬ ਦੇਣਾ ਪੈਂਦਾ ਹੈ। ਇਹਦਾ ਕਹਿਣ ਦਾ ਮੀਨਿੰਗ ਹੈ ਵੀ ਜੇ ਸਰਕਾਰ ਮੰਨ ਲਓ ਆਪਣੇ ਹਿਸਾਬ ਨਾਲ ਕੰਮ ਨਹੀਂ ਕਰਦੀ, ਜਨਤਾ ਦੇ ਫਾਇਦੇ ਲਈ ਕੰਮ ਨਹੀਂ ਕਰਦੀ, ਤਾਂ ਆਪਾਂ ਕੱਲ੍ਹ ਨੂੰ ਵੋਟਾਂ ਪਾ ਕੇ ਉਹਨੂੰ ਕੀ ਹੈ, ਸਰਕਾਰ ਤੋਂ ਹਟਾ ਸਕਦੇ ਹਾਂ। ਤੁਸੀਂ ਵੇਖਿਆ ਹੋਣਾ ਵੀ ਸਰਕਾਰਾਂ ਚੇਂਜ ਹੁੰਦੀਆਂ ਹੀ ਰਹਿੰਦੀਆਂ, ਉਹ ਤਾਂ ਹੁੰਦੀਆਂ ਸੰਸਦੀ ਸ਼ਾਸਨ ਪ੍ਰਣਾਲੀ ਹੈ, ਇੱਕ ਜਣੇ ਦਾ ਕੰਟਰੋਲ ਨਹੀਂ ਹੁੰਦਾ। ਅਮਰੀਕਾ ਵਿੱਚ ਵੀ ਰਾਸ਼ਟਰਪਤੀ ਰਾਜ ਹੁੰਦਾ, ਪਰ ਜਿਹੜੀ ਆਪਣੇ ਦੇ ਵਿੱਚ ਕੀ ਹੈ, ਰਾਸ਼ਟਰਪਤੀ ਵੋਟਾਂ ਪੈਂਦੀਆਂ, ਪਰ ਆਪਣੇ ਕੀ ਹੈ ਜਿਹੜੀ ਮੇਨ ਪਾਵਰ ਕਿਹਦੇ ਕੋਲ ਹੁੰਦੀ ਹੈ, ਰਾਸ਼ਟਰਪਤੀ ਕੋਲ ਨਹੀਂ ਹੁੰਦੀ। ਆਪਣੇ ਜਿਹੜੀ ਮੇਨ ਪਾਵਰ ਕਿਹਦੇ ਕੋਲ ਹੁੰਦੀ ਹੈ, ਪ੍ਰਧਾਨ ਮੰਤਰੀ ਕੋਲ, ਯਾਦ ਰੱਖਣਾ, ਠੀਕ ਹੈ। ਜਿਹੜੀ ਸੰਸਦੀ ਸ਼ਾਸਨ ਪ੍ਰਣਾਲੀ ਕਿਹੜੀ ਹੁੰਦੀ ਹੈ, ਆਪਣੇ ਸੰਸਦੀ ਸ਼ਾਸਨ ਪ੍ਰਣਾਲੀ ਕਿਉਂ ਕਹਿੰਦਾ, ਆਪਣੇ 3 ਭਾਗਾਂ ਦੇ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ। 3 ਭਾਗਾਂ ਦੇ ਵਿੱਚ ਜਿਹੜੀ ਜੋ ਵੀ ਸ਼ਕਤੀ ਹੈ, ਜਿਹੜੀਆਂ ਪਾਵਰਾਂ ਦੀ ਵੰਡ ਕਿਹਦੇ ਵਿੱਚ ਕੀਤੀ ਹੈ, ਇੱਕ ਤਾਂ ਕਾਰਜਕਾਰੀ, ਇਹ ਆਪਾਂ ਵੇਖਦੇ ਹਾਂ ਕੀ ਕੀ ਹੁੰਦਾ ਕਾਰਜਕਾਰੀ, ਇੱਕ ਹੋ ਗਿਆ ਵਿਧਾਨ ਪਾਲਿਕਾ, ਇੱਕ ਕਿਹੜਾ ਹੋ ਗਿਆ, ਵਿਧਾਨ ਪਾਲਿਕਾ, ਤੀਜਾ ਹੁੰਦਾ ਹੈਗਾ ਨਿਆਂਪਾਲਿਕਾ। ਤੀਜਾ ਕਿਹੜਾ ਹੁੰਦਾ ਹੈਗਾ ਆਪਣਾ, ਨਿਆਂਪਾਲਿਕਾ, ਜੁਡੀਸ਼ਰੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਆਪਣੇ ਦੇਸ਼ ਦੇ ਵਿੱਚ ਸ਼ਕਤੀਆਂ ਦੀ ਵੰਡ ਤਿੰਨਾਂ ਦੇ ਕੋਲ ਹੈ। ਇੱਕ ਤਾਂ ਵੇਖੋ ਨਿਆਂਪਾਲਿਕਾ, ਨਿਆਂਪਾਲਿਕਾ ਤੁਹਾਨੂੰ ਪਤਾ ਲੱਗ ਗਿਆ ਕੋਰਟ। ਨਿਆਂਪਾਲਿਕਾ ਵਿੱਚ ਜਿਹੜੀ ਕੋਰਟ ਹੈਗੀ ਹੈ ਬਿਲਕੁਲ ਸੁਤੰਤਰ ਹੈਗੀ ਹੈ। ਤੁਹਾਨੂੰ ਕੱਲ੍ਹ ਵੀ ਦੱਸਿਆ ਸੀਗਾ ਵੀ ਜੇ ਮੰਨ ਲਓ ਆਪਣਾ ਕੋਈ ਫੰਡਾਮੈਂਟਲ ਰਾਈਟ ਨਹੀਂ ਮਿਲ ਰਿਹਾ ਤਾਂ ਆਪਾਂ ਕੋਰਟ ਜਾ ਸਕਦੇ ਹਾਂ। ਕੋਰਟ ਕਿਉਂ ਜਾ ਸਕਦੇ ਹਾਂ, ਕੋਰਟ ਕੀ ਹੈਗੀ ਹੈ, ਬਿਲਕੁਲ ਇੰਡੀਪੈਂਡੈਂਟ ਹੈ। ਕੋਰਟ ਨੂੰ ਆਪਦੇ ਅਧਿਕਾਰ, ਆਪਦੇ ਫੈਸਲੇ ਲੈਣ ਦੀ ਕੀ ਹੈਗੀ ਹੈ, ਪੂਰਨ ਆਜ਼ਾਦੀ ਹੈ। ਤਾਂ ਕੋਰਟ ਆਰਡਰ ਕਰ ਸਕਦੀ ਹੈ ਵੀ ਇਹਨਾਂ ਦੇ ਮੌਲਿਕ ਅਧਿਕਾਰ ਨਹੀਂ ਮਿਲ ਰਹੇ ਤਾਂ ਇਹਨੂੰ ਦਿੱਤੇ ਜਾਣ। ਇੱਕ ਨਿਆਂਪਾਲਿਕਾ ਦੇ ਵਿੱਚ ਸ਼ਕਤੀ ਦੀ ਵੰਡ ਹੈ। ਹੁਣ ਆਹ ਵੇਖੋ ਕਾਰਜਪਾਲਿਕਾ ਤੇ ਵਿਧਾਨ ਪਾਲਿਕਾ ਕੀ ਹੁੰਦੀ ਹੈ, ਇਹ ਥੋੜ੍ਹਾ ਮੀਨਿੰਗ ਦੇਖੋ, ਧਿਆਨ ਨਾਲ ਸਮਝਿਓ। ਵਿਧਾਨ ਪਾਲਿਕਾ ਹੁੰਦੀ ਹੈ ਜਿਵੇਂ ਸੰਸਦ, ਸੰਸਦ ਹੋ ਗਈ। ਆਪਣੇ ਕੀ ਹੁੰਦੀ ਹੈ, ਰਾਜਾਂ ਦੇ ਵਿੱਚ ਵਿਧਾਨ ਸਭਾ, ਵਿਧਾਨ ਸਭਾ ਹੋਵੇ ਜਾਂ ਸੰਸਦ ਹੋਵੇ, ਜਿਹਦੇ ਵਿੱਚ ਸੰਸਦ ਵਿੱਚ ਸਾਰੇ MP ਹੁੰਦੇ ਹੈ ਤੇ ਵਿਧਾਨ ਸਭਾ ਵਿੱਚ ਕੀ ਹੁੰਦੇ, MLA। ਵਿਧਾਨ ਸਭਾ ਦੇ ਵਿੱਚ ਕੀ ਹੁੰਦੇ, MLA, ਠੀਕ ਹੈ। ਵਿਧਾਨ ਸਭਾ ਤੇ ਸੰਸਦ ਇਹਨੂੰ ਕੀ ਬੋਲਿਆ ਜਾਂਦਾ, ਵਿਧਾਨ ਪਾਲਿਕਾ। ਉਹਦੇ ਵਿੱਚ ਸਾਰੀਆਂ ਪਾਰਟੀਆਂ ਦੇ MP ਹੁੰਦੇ ਆ, ਸਾਰੀਆਂ ਪਾਰਟੀਆਂ ਦੇ। ਕੋਈ ਵੀ ਜੇ ਬੰਦਾ ਜਿਹੜਾ ਜਿੱਤ ਗਿਆ, ਕੋਈ ਵੀ MP ਜਿਹੜਾ ਜਿੱਤ ਗਿਆ, ਉਹ ਸਾਰੇ ਕਿੱਥੇ ਹੁੰਦੇ ਆ, ਸੰਸਦ ਵਿੱਚ ਜਾਂ ਕਿਹਦੇ ਵਿੱਚ ਹੁੰਦੇ ਆ, ਵਿਧਾਨ ਸਭਾ 'ਚ। ਉਹਨੂੰ ਕੀ ਬੋਲਿਆ ਜਾਂਦਾ, ਵਿਧਾਨ ਪਾਲਿਕਾ, ਠੀਕ ਹੈ ਜੀ। ਇੱਕ ਹੁੰਦਾ ਕਾਰਜਪਾਲਿਕਾ, ਕਾਰਜਕਾਰੀ ਜਾਂ ਕਾਰਜਪਾਲਿਕਾ, ਕਾਰਜਪਾਲਿਕਾ ਲਿਖ ਲਓ। ਕਾਰਜਪਾਲਿਕਾ ਹੁੰਦਾ ਵੀ ਵੇਖੋ ਇੱਕ ਹੁੰਦੀ ਸਰਕਾਰ, ਕਾਰਜਪਾਲਿਕਾ ਹੁੰਦਾ ਜਿਵੇਂ ਪ੍ਰਧਾਨ ਮੰਤਰੀ ਨਾਲ ਉਹਦੇ ਮੰਤਰੀ ਪਰਿਸ਼ਦ। ਜਿਹੜੇ ਬੰਦੇ ਵੇਖੋ ਸੰਸਦ ਦੇ ਵਿੱਚ ਜਿਹਦੀ ਸਰਕਾਰ ਬਣਦੀ ਹੈ, ਜਿਹੜੀ ਮੰਨ ਲਓ ਪਾਰਟੀ ਸਰਕਾਰ ਬਣਦੀ ਹੈ, ਜਿਹੜੀ ਸਰਕਾਰ ਦਾ ਪ੍ਰਧਾਨ ਮੰਤਰੀ ਬਣਦਾ ਹੈ ਤੇ ਜਿਹੜੇ ਮੰਤਰੀ ਬਣਦੇ ਉਹਨਾਂ ਵਿੱਚੋਂ ਜਿਹੜੇ ਬੰਦੇ ਵੀ ਮੰਤਰੀ ਬਣਦੇ ਆ ਜਾਂ ਜਿਹੜੇ ਪ੍ਰਧਾਨ ਮੰਤਰੀ ਬਣਦੇ ਆ, ਉਹਨੂੰ ਕੀ ਬੋਲਿਆ ਜਾਂਦਾ, ਕਾਰਜਪਾਲਿਕਾ। ਕਿਉਂਕਿ ਮੇਨ ਕੰਮ ਕਿਹਨੇ ਕਰਨਾ ਹੁੰਦਾ, ਪ੍ਰਧਾਨ ਮੰਤਰੀ ਨੇ ਤੇ ਮੰਤਰੀ ਪਰਿਸ਼ਦ ਨੇ। ਜਿੰਨੇ MP ਹੁੰਦੇ ਆ ਸਾਰੇ ਕਾਰਜਪਾਲਿਕਾ ਦੇ ਵਿੱਚ ਨਹੀਂ ਆਉਂਦੇ। ਕਾਰਜਪਾਲਿਕਾ ਵਿੱਚ ਸਿਰਫ ਸੰਸਦ ਦੇ ਉਹ MP ਆਉਂਦੇ ਆ, ਜਾਂ ਜਿਹੜਾ ਪ੍ਰਧਾਨ ਮੰਤਰੀ ਹੋਵੇ ਤੇ ਜਾਂ ਕੀ ਹੋਵੇ, ਜਿਹੜਾ ਮੰਤਰੀ ਬਣਿਆ ਹੋਵੇ। ਉਸੇ ਤਰ੍ਹਾਂ ਮੰਨ ਲਓ ਰਾਜਾਂ ਦੇ ਵਿੱਚ ਜਿਹੜੀ ਹੁੰਦੀ ਹੈ ਵਿਧਾਨ ਪਾਲਿਕਾ, ਰਾਜਾਂ ਦੇ ਵਿੱਚ ਵਿਧਾਨ ਪਾਲਿਕਾ 'ਚ ਕੌਣ ਹੁੰਦਾ, MLA। ਜਿਹੜੀਆਂ ਆਪਣੀਆਂ ਸਟੇਟ ਗੌਰਮੈਂਟ ਹੈ ਉਹਦੇ ਵਿੱਚ ਜਿਹੜੀ ਵਿਧਾਨ ਪਾਲਿਕਾ 'ਚ ਕੌਣ ਹੁੰਦਾ, MLA। ਤੇ ਕਾਰਜਪਾਲਿਕਾ 'ਚ ਕੌਣ ਆਏਗਾ, ਉਹ MLA ਆਉਣਗੇ ਜਿਹੜਾ ਜਾਂ ਤਾਂ ਮੁੱਖ ਮੰਤਰੀ ਬਣਿਆ ਹੋਵੇ, ਉਹ MLA ਜਿਹੜਾ ਮੁੱਖ ਮੰਤਰੀ ਬਣਿਆ ਹੋਵੇ, ਜਾਂ ਕੀ ਹੋਵੇ, ਮੰਤਰੀ ਬਣਿਆ ਹੋਵੇ, ਜਾਂ ਕੀ ਹੋਵੇ, ਮੰਤਰੀ ਬਣਿਆ ਹੋਵੇ। ਸਮਝ ਆਇਆ ਜੀ, ਪਤਾ ਲੱਗਿਆ ਜੀ। ਸਾਰੇ ਦੇ ਸਾਰੇ ਕਾਰਜਪਾਲਿਕਾ ਵਿੱਚ ਨਹੀਂ ਆਉਂਦੇ। ਸਮਝ ਆ ਰਿਹਾ ਜੀ। ਸੰਸਦ ਦੇ ਵੇਖੋ ਆਪਣੇ 3 ਅੰਗ ਹੈ। ਸੰਸਦ ਦੇ ਕਿੰਨੇ ਅੰਗ ਹੁੰਦੇ ਆ, 3। ਪਹਿਲਾ ਰਾਸ਼ਟਰਪਤੀ ਹੈ, ਦੂਜਾ ਰਾਜ ਸਭਾ ਹੈ, ਇੱਕ ਹੈਗਾ ਲੋਕ ਸਭਾ। 3 ਅੰਗ ਹੈ ਆਪਣੀ ਜਿਹੜੀ ਸੰਸਦ ਹੈ, ਉਹਦੇ ਕਿੰਨੇ ਅੰਗ ਹੈਗੇ ਆ, 3 ਅੰਗ।
ਰਾਸ਼ਟਰਪਤੀ, ਰਾਜ ਸਭਾ, ਲੋਕ ਸਭਾ। ਇੱਕ ਤੁਸੀਂ ਇਹ ਨਾਮ ਯਾਦ ਰੱਖਿਓ ਜੀ, ਜਿਹੜੀ ਰਾਜ ਸਭਾ ਹੁੰਦੀ ਹੈ ਨਾ, ਤੁਹਾਨੂੰ ਇੱਥੇ ਬੇਸਿਕ ਵੀ ਦੱਸਦੇ ਆ, ਇਹਨੂੰ ਉੱਪਰਲਾ ਸਦਨ ਵੀ ਆਖਦੇ ਨੇ, ਅਪਰ ਹਾਊਸ। ਇੰਗਲਿਸ਼ 'ਚ ਬੋਲਿਆ ਜਾਂਦਾ ਇਹਨੂੰ ਅਪਰ ਹਾਊਸ। ਅਪਰ ਹਾਊਸ ਕੋਲ ਕਿਹਾ ਜਾਂਦਾ ਰਾਜ ਸਭਾ ਨੂੰ। ਇੱਕ ਇਹਨੂੰ ਬੋਲਿਆ ਜਾਂਦਾ ਕਾਊਂਸਲ ਆਫ ਸਟੇਟਸ। ਕਈ ਵਾਰੀ ਪੇਪਰ 'ਚ ਲਿਖਿਆ ਆ ਜਾਂਦਾ ਕਾਊਂਸਲ ਆਫ ਸਟੇਟਸ। ਕਾਊਂਸਲ ਆਫ ਸਟੇਟਸ ਦਾ ਮੀਨਿੰਗ ਹੈ ਕਿਹਦੀ ਗੱਲ ਕਰ ਰਿਹਾ ਉਹ, ਰਾਜ ਸਭਾ ਦੀ। ਕਿਹਦੀ ਗੱਲ ਕਰ ਰਿਹਾ, ਰਾਜ ਸਭਾ ਦੀ। ਉਸੇ ਤਰ੍ਹਾਂ ਜਿਹੜਾ ਲੋਕ ਸਭਾ ਹੈ, ਰਾਜ ਸਭਾ ਨੂੰ ਕਿਹਾ ਜਾਂਦਾ ਅਪਰ ਹਾਊਸ, ਲੋਕ ਸਭਾ ਨੂੰ ਕੀ ਕਿਹਾ ਜਾਂਦਾ, ਲੋਅਰ ਹਾਊਸ। ਲੋਕ ਸਭਾ ਨੂੰ ਕਿਹੜਾ ਹਾਊਸ ਕਿਹਾ ਜਾਂਦਾ ਹੈਗਾ, ਲੋਅਰ ਹਾਊਸ। ਇਹ ਯਾਦ ਰੱਖਿਓ, ਲੋਕ ਸਭਾ ਨੂੰ ਲੋਅਰ ਹਾਊਸ। ਠੀਕ ਹੈ। ਇੱਕ ਇਹਨੂੰ ਹਾਊਸ ਆਫ ਪੀਪਲ ਕਿਹਾ ਜਾਂਦਾ, ਹਾਊਸ ਆਫ ਪੀਪਲ। ਇਹ ਵੀ ਯਾਦ ਰੱਖਿਓ, ਪੇਪਰ 'ਚ ਪੁੱਛਿਆ ਜਾਂਦਾ ਹਾਊਸ ਆਫ ਪੀਪਲ ਕਿਹਦਾ ਨਾਮ ਹੈ, ਉਹ ਕਿਹਦਾ ਨਾਮ ਹੈ, ਲੋਕ ਸਭਾ ਦਾ। ਹਾਊਸ ਆਫ ਪੀਪਲ ਕਿਉਂ ਕਿਹਾ ਜਾਂਦਾ, ਵੇਖੋ ਡਿਫਰੈਂਸ। ਜਿਹੜੇ ਇਹਦੇ ਵਿੱਚ ਵੀ MP ਬੈਠਦੇ ਆ ਲੋਕ ਸਭਾ 'ਚ, ਲੋਕ ਸਭਾ 'ਚ ਵੀ MP ਬੈਠਦੇ ਆ, ਰਾਜ ਸਭਾ ਵਿੱਚ ਵੀ ਕੌਣ ਬੈਠਦਾ, MP। ਪਰ ਜਿਹੜੇ ਲੋਕ ਸਭਾ ਦੇ MP ਹੁੰਦੇ ਆ, ਉਹ ਆਪਾਂ ਵੋਟਾਂ ਪਾਉਂਦੇ ਹਾਂ ਡਾਇਰੈਕਟ। ਜਦੋਂ ਵੀ ਆਪਣੇ ਮੰਨ ਲਓ ਵੋਟਾਂ ਹੁੰਦੀਆਂ MP ਦੀਆਂ, ਜਿਹੜੀ ਆਪਾਂ ਵੋਟਾਂ ਪਾਉਂਦੇ ਹਾਂ, ਜਿਹੜੇ ਉਹ ਚੁਣੇ ਜਾਂਦੇ ਆ, ਉਹ ਕਿੱਥੇ ਜਾ ਕੇ ਬੈਠਦੇ, ਲੋਕ ਸਭਾ 'ਚ। ਉਹ ਕਿੱਥੇ ਜਾ ਕੇ, ਜਿਹੜੀ ਆਮ ਜਨਤਾ ਵੋਟ ਕਰਦੀ ਹੈ, ਜਿਹੜੀ ਕੌਣ ਵੋਟ ਕਰਦੀ ਹੈ, ਆਮ ਜਨਤਾ ਡਾਇਰੈਕਟ ਵੋਟ ਕਰਦੀ ਹੈਗੀ ਹੈ, ਉਹ MP ਕਿੱਥੇ ਜਾ ਕੇ ਬੈਠਦੇ ਆ, ਲੋਕ ਸਭਾ ਦੇ ਵਿੱਚ। ਤਾਂ ਉਹਨੂੰ ਕੀ ਕਿਹਾ ਜਾਂਦਾ, ਪੀਪਲ ਆਫ ਹਾਊਸ। ਪੀਪਲ ਆਫ ਹਾਊਸ ਦਾ ਮੀਨਿੰਗ ਹੈ ਵੀ ਜਿਹੜੇ ਇਸ ਲੋਕ ਸਭਾ ਦੇ ਜਿਹੜੇ MP ਹੈ, ਉਹ ਸਿੱਧੇ ਲੋਕਾਂ ਦੁਆਰਾ ਚੁਣੇ ਗਏ ਆ, ਸਿੱਧੇ ਜਨਤਾ ਦੁਆਰਾ ਚੁਣੇ ਗਏ ਆ। ਠੀਕ ਹੈ ਜੀ। ਉਵੇਂ ਰਾਜ ਸਭਾ ਦੇ ਜਿਹੜੇ MP ਹੈ, ਰਾਜ ਸਭਾ ਦੇ MP ਆਪਣੇ ਬਾਰੇ ਨਹੀਂ ਚੁਣੇ ਜਾਂਦੇ, ਆਪਾਂ ਨਹੀਂ ਵੋਟਾਂ ਪਾਉਂਦੇ। ਰਾਜ ਸਭਾ ਦੇ ਜਦੋਂ MP ਦੀ ਚੁਣਨਾ ਹੁੰਦਾ ਹੈ, ਤਾਂ ਜਿਹੜੀ ਹੈਗੀ ਆਮ ਜਨਤਾ ਵੋਟ ਨਹੀਂ ਕਰਦੀ। ਰਾਜ ਸਭਾ ਦੇ ਜਿਹੜੇ MP ਕਿੱਥੋਂ ਚੁਣੇ ਜਾਂਦੇ, ਜਿਹੜੇ ਆਪਾਂ MLA ਚੁਣਦੇ ਹਾਂ। ਹਰੇਕ ਸਟੇਟ ਲਈ ਆਪਾਂ MLA ਚੁਣਦੇ ਹਾਂ, ਅਤੇ MLA ਕੀ ਕਰਦੇ ਆ, ਇੱਕ MP ਚੁਣਦੇ ਆ। ਜਿਵੇਂ ਆਮ ਜਨਤਾ ਕੌਣ ਚੁਣਦੀ ਦੀ ਹੈ, MLA ਚੁਣਦੀ ਹੈ ਰਾਜ ਵਿਧਾਨ ਸਭਾਵਾਂ 'ਚ, ਅਤੇ MLA ਕੀ ਕਰਦੇ ਆ ਫਿਰ ਉਹ ਸਟੇਟ ਵਾਈਜ਼ ਕੀ ਚੁਣਦੇ ਹੈਗੇ, MP। ਜਿਹੜੇ MP MLA ਚੁਣ ਕੇ ਭੇਜਦੇ ਆ, ਉਹ ਕਿੱਥੇ ਬੈਠਦੇ ਆ, ਰਾਜ ਸਭਾ। ਉਹ ਕਿੱਥੇ ਬੈਠਦੇ ਆ, ਰਾਜ ਸਭਾ। ਠੀਕ ਹੈ ਜੀ। ਇੱਕ ਗੱਲ ਹੋਰ ਯਾਦ ਰੱਖਿਓ, ਜਿਹੜੀ ਰਾਜ ਸਭਾ ਹੈ, ਉਹਦਾ ਜਿਹੜਾ MP ਹੈ, ਉਹ ਕਿੰਨੇ ਸਾਲਾਂ ਲਈ ਚੁਣਿਆ ਜਾਂਦਾ, 6 ਸਾਲਾਂ ਲਈ। ਜਿਹੜੀ ਰਾਜ ਸਭਾ ਹੈ, ਉਹਦਾ MP ਚੁਣਿਆ ਜਾਂਦਾ 6 ਸਾਲਾਂ ਲਈ। ਲੋਕ ਸਭਾ ਦਾ MP ਕਿੰਨੇ ਸਾਲਾਂ ਲਈ ਚੁਣਿਆ ਜਾਂਦਾ, 5 ਸਾਲਾਂ ਲਈ। ਲੋਕ ਸਭਾ ਦਾ MP 5 ਸਾਲਾਂ ਲਈ, ਰਾਜ ਸਭਾ ਦਾ MP ਕਿੰਨੇ ਸਾਲਾਂ ਲਈ ਚੁਣਿਆ ਜਾਊਗਾ, 6 ਸਾਲਾਂ ਲਈ। ਇੱਕ ਗੱਲ ਇਹ ਯਾਦ ਰੱਖਣੀ ਹੈ। ਦੂਜੀ ਗੱਲ ਕੀ ਯਾਦ ਰੱਖਣੀ ਹੈ, ਜਿਹੜਾ ਰਾਜ ਸਭਾ ਹੈ, ਰਾਜ ਸਭਾ ਇੱਕ ਸਥਾਈ ਸਦਨ ਹੈ। ਸਥਾਈ ਦਾ ਮੀਨਿੰਗ ਹੈ ਵੀ ਕਦੇ ਵੀ ਇਹਨੂੰ ਭੰਗ ਨਹੀਂ ਕੀਤਾ ਜਾ ਸਕਦਾ, ਕਦੇ ਵੀ ਰਾਜ ਸਭਾ ਨੂੰ ਡਿਜੋਲਵ ਨਹੀਂ ਕੀਤਾ ਜਾ ਸਕਦਾ। ਇਹ ਕੀ ਇੱਕ ਸਥਾਈ ਸਭਾ ਹੈ, ਇਹ ਹਮੇਸ਼ਾ ਹੀ ਐਗਜ਼ਿਸਟੈਂਸ ਰਹਿੰਦੀ ਹੈ। ਚਾਹੇ ਇਹ 'ਚ MP ਆਪਣੇ ਕੀ ਹੈ, ਇਹ 'ਚ MP ਰਿਟਾਇਰ ਹੁੰਦੇ ਆ, ਇਹ ਕਦੇ ਵੀ ਇੱਕੋ ਦਮ ਸਾਰੇ ਖਤਮ ਨਹੀਂ ਹੁੰਦੇ। ਸਾਰੇ MP ਇੱਕੋ ਦਮ ਹੀ ਇਹਨਾਂ ਦੀ ਐਲੀਜੀਬਿਲਟੀ ਖਤਮ ਨਹੀਂ ਹੁੰਦੀ। ਸਿਰਫ ਕਿੰਨੇ ਹੁੰਦੇ ਆ, 1/3। ਹਰੇਕ 2 ਸਾਲ ਬਾਅਦ 1/3। ਹਰੇਕ 2 ਸਾਲਾਂ ਬਾਅਦ ਕਿੰਨੇ ਜਿਹੜੇ MP ਹੈਗੇ ਆ ਰਿਟਾਇਰ ਹੋ ਜਾਂਦੇ ਆ, 1/3। ਅਤੇ ਉਹ 1/3 ਫਿਰ ਨਵੇਂ ਚੁਣ ਲਏ ਜਾਂਦੇ ਆ, ਫਿਰ ਉਦੋਂ ਬਾਅਦ 2 ਸਾਲਾਂ ਬਾਅਦ 1/3। ਯਾਨੀ ਕਿ ਸਥਾਈ ਸਦਨ ਹੈ, ਕਦੇ ਵੀ ਇਹ ਖਤਮ ਨਹੀਂ ਹੁੰਦਾ। ਜਿਹੜੀ ਲੋਕ ਸਭਾ ਹੈ, ਇਹ ਅਸਥਾਈ ਹੈ। ਅਸਥਾਈ ਦਾ ਮੀਨਿੰਗ ਹੈ ਜਦੋਂ ਮੰਨ ਲਓ ਸਰਕਾਰ ਦਾ 5 ਸਾਲ ਦਾ ਟਾਈਮ ਪੂਰਾ ਹੋ ਜਾਂਦਾ ਹੈ, ਜਦੋਂ ਵੀ ਇਹ ਮੰਨ ਲਓ ਜਿਹੜੇ MP ਹੈਗੇ ਲੋਕ ਸਭਾ ਦੇ, ਉਹਨਾਂ ਦਾ ਜਿਹੜੀ ਟੈਨੂਅਰ ਹੈ, ਇਹਨਾਂ ਦੀ ਟੈਨੂਅਰ ਕਿੰਨੀ ਹੁੰਦੀ ਹੈ, 5 ਸਾਲ। ਇਹਨਾਂ ਦੀ ਟੈਨੂਅਰ ਸਾਰਿਆਂ ਦੀ ਇਕੱਠੀ ਖਤਮ ਹੁੰਦੀ ਹੈ। ਲੋਕ ਸਭਾ ਦੇ ਜਿੰਨੇ ਵੀ MP ਹੈਗੇ ਆ, ਉਹਨਾਂ ਦਾ ਜਿਹੜਾ ਕਾਰਜਕਾਲ ਹੈ 5 ਸਾਲ ਵਾਲਾ, ਉਹ ਸਾਰਿਆਂ ਦਾ ਕੀ ਹੁੰਦਾ, ਇਕੱਠਾ ਹੀ ਖਤਮ ਹੁੰਦਾ ਹੈ। ਯਾਨੀ ਕਿ ਇਕੱਠਾ ਹੀ ਖਤਮ ਹੁੰਦਾ ਹੈ, ਤਾਂ ਲੋਕ ਸਭਾ ਕੀ ਹੋ ਗਈ, ਖਤਮ ਹੋ ਗਈ ਨਾ, ਖਾਲੀ ਹੋ ਗਈ, ਖਾਲੀ ਹੋ ਗਈ ਇੱਕ ਤਰ੍ਹਾਂ ਦੀ। ਇਹਨੂੰ ਕੀ ਬੋਲਿਆ ਜਾਂਦਾ, ਅਸਥਾਈ ਹੈ। ਇਹਨੂੰ ਭੰਗ ਕੀਤਾ ਜਾ ਸਕਦਾ, ਇਹਨੂੰ ਭੰਗ ਕੀਤਾ ਜਾ ਸਕਦਾ। ਅਤੇ ਭੰਗ ਕੌਣ ਕਰਦਾ, ਇਹ ਵੀ ਯਾਦ ਰੱਖਿਓ, ਰਾਸ਼ਟਰਪਤੀ। ਕੌਣ ਭੰਗ ਕਰਦਾ, ਰਾਸ਼ਟਰਪਤੀ। ਕਰੀਏ ਅੱਗੇ ਜੀ। ਆਹ ਫੈਕਟ ਨਾਲ ਯਾਦ ਰੱਖਿਓ, ਆਪਾਂ ਕਰਾਂਗੇ ਅੱਗੇ ਆਉਣਗੇ ਸਾਰੇ ਫੈਕਟ, ਤੁਹਾਨੂੰ ਦੱਸਿਆ ਵੀ ਤੁਹਾਨੂੰ ਯਾਦ ਹੋ ਜਾਣਗੇ ਚੰਗੀ ਤਰ੍ਹਾਂ। ਹੁਣ ਆਪਾਂ ਸਭ ਤੋਂ ਮੇਨ ਜਿਹੜਾ ਹੈਗਾ ਟੋਪਿਕ ਕਰਨ ਚੱਲੇ ਆ, ਰਾਸ਼ਟਰਪਤੀ। ਇਹਨੂੰ ਥੋੜ੍ਹਾ ਧਿਆਨ ਨਾਲ ਸਮਝਣਾ। ਸਭ ਤੋਂ ਲੈਂਥੀ ਟੋਪਿਕ ਹੈ ਆਪਣੀ ਪੋਲਿਟੀ ਦੇ ਵਿੱਚ ਰਾਸ਼ਟਰਪਤੀ। ਰਾਸ਼ਟਰਪਤੀ ਇੱਕ ਤਾਂ ਤੁਸੀਂ ਇਹ ਯਾਦ ਰੱਖਣਾ, ਜਿਹੜੇ ਹੁਣ ਹੈ ਇਸ ਟਾਈਮ ਰਾਸ਼ਟਰਪਤੀ ਕੌਣ ਹੈ, ਵਰਤਮਾਨ ਸਮੇਂ ਵਿੱਚ ਜਿਹੜੇ ਰਾਸ਼ਟਰਪਤੀ ਹੈਗੇ ਆਪਣੇ, ਕਿੰਨਵੇਂ ਰਾਸ਼ਟਰਪਤੀ ਹੈ, 15ਵੇਂ। ਜਿਹੜੇ ਵਰਤਮਾਨ ਸਮੇਂ ਵਿੱਚ ਜਿਹੜੇ ਮੈਡਮ ਰਾਸ਼ਟਰਪਤੀ ਹੈਗੇ, ਕਿਹੜੇ ਹੈਗੇ ਆ, द्रौपदी मुर्मू। ठीक है जी। वो किनवे राष्ट्रपति है, द्रौपदी मुर्मू जी किनवे राष्ट्रपति है, 15वें। किहड़े है, द्रौपदी मुर्मू किनवे राष्ट्रपति है, ये 15वें। एक याद रखना है, ये पहले आदिवासी राष्ट्रपति है। आदिवासी कबीले के सब तो पहले राष्ट्रपति जिहड़े हुण हैगे अपने द्रौपदी मुर्मू जी, वो की है आदिवासी कबीले के, आदिवासी जी ट्राइबल एरिया है, ट्राइबल के की है पहले राष्ट्र, जो पहला आदिवासी आप कहा जाए भी फस्ट ट्राइबल प्रेजिडेंट ऑफ इंडिया, तो की आंसर आएगा द्रौपदी मुर्मू जी जिहड़े हुण हैगे इस टाइम।
ठीक है जी। राष्ट्रपति आर्टिकल ਕਿਹੜਾ ਹੈਗਾ 52 ਤੋਂ 61, 52 ਤੋਂ 61, ਇਹ ਇੰਨਾ ਇੰਪੋਰਟੈਂਟ ਹੈ ਨਹੀਂ ਇੱਥੇ ਰਾਸ਼ਟਰਪਤੀ ਲਈ। ਤੁਸੀਂ ਇਹਨਾਂ ਦੇ ਫੈਕਟ ਜ਼ਿਆਦਾ ਯਾਦ ਰੱਖਣੇ, ਤੁਹਾਨੂੰ ਦੱਸ ਦਾਂ ਕਿਹੜੇ ਕਿਹੜੇ ਆਰਟੀਕਲ ਇੰਪੋਰਟੈਂਟ ਹੈ। ਸਭ ਤੋਂ ਪਹਿਲਾਂ ਆਹ ਇੰਪੋਰਟੈਂਟ ਹੈ ਜੀ, ਰਾਸ਼ਟਰਪਤੀ ਕੀ ਹੁੰਦਾ, ਸਟੇਟ ਦਾ ਪਹਿਲਾ ਨਾਗਰਿਕ। ਇੱਥੇ ਸਟੇਟ ਦਾ ਮੀਨਿੰਗ ਹੈ ਪੂਰਾ ਭਾਰਤ, ਇੱਥੇ ਭਾਰਤ ਦੀ ਗੱਲ ਕਰ ਰਹੇ, ਤੁਹਾਨੂੰ ਕੱਲ੍ਹ ਦੱਸਿਆ ਸੀ ਸਟੇਟ ਦਾ ਮੀਨਿੰਗ ਇੱਥੇ ਰਾਜ ਸਰਕਾਰ ਨਹੀਂ ਹੈਗਾ। ਸਟੇਟ ਦਾ ਮੀਨਿੰਗ ਹੁੰਦਾ ਦੇਸ਼ ਵੀ ਹੁੰਦਾ, ਕਈ ਜਗ੍ਹਾ ਤੇ ਰਾਜ ਹੈ। ਇੱਥੇ ਸਟੇਟ ਦਾ ਮੀਨਿੰਗ ਹੈ ਪੂਰਾ ਦੇਸ਼, ਪੂਰਾ ਦੇਸ਼। ਜਿਹੜਾ ਰਾਸ਼ਟਰਪਤੀ ਹੈ ਆਪਣਾ ਜਿਹੜਾ ਭਾਰਤ ਦੇਸ਼ ਹੈ ਉਹਦਾ ਕੀ ਹੈ, ਪ੍ਰਥਮ ਨਾਗਰਿਕ ਹੁੰਦਾ। ਜੇ ਪਹਿਲਾ ਨਾਗਰਿਕ ਪੁੱਛਿਆ ਜਾਵੇ ਭਾਰਤ ਦਾ ਕਿਹੜਾ, ਤਾਂ ਕੀ ਆਨਸਰ ਆਏਗਾ, ਰਾਸ਼ਟਰਪਤੀ। ਪਹਿਲਾ ਨਾਗਰਿਕ ਕਿਹੜਾ ਹੁੰਦਾ, ਰਾਸ਼ਟਰਪਤੀ। ਠੀਕ ਹੈ। ਦੂਜੀ ਗੱਲ ਕੀ ਯਾਦ ਰੱਖਣੀ ਹੈ, ਦੇਸ਼ ਦੇ ਜਿੰਨੇ ਵੀ ਕਾਨੂੰਨ ਬਣਦੇ ਆ, ਕੋਈ ਵੀ ਜਿਹੜਾ ਐਕਟ ਬਣਦਾ ਹੈ, ਕੋਈ ਵੀ ਐਕਟ, ਕੋਈ ਵੀ ਕਾਨੂੰਨ ਬਣਦਾ ਹੈ, ਉਹ ਰਾਸ਼ਟਰਪਤੀ ਦੇ ਨਾਮ ਤੇ ਬਣਦੇ ਆ। ਰਾਸ਼ਟਰਪਤੀ ਜਦੋਂ ਦਸਤਖਤ ਕਰਦੇ, ਕੋਈ ਵੀ ਕਾਨੂੰਨ ਉਦੋਂ ਬਣਦਾ ਹੈ ਜਦੋਂ ਰਾਸ਼ਟਰਪਤੀ ਦਸਤਖਤ ਕਰਦੇ, ਯਾਨੀ ਕਿ ਸਹਿਮਤੀ ਦੇ ਦੇ। ਜਦੋਂ ਤੱਕ ਰਾਸ਼ਟਰਪਤੀ ਜੀ ਸਹਿਮਤੀ ਨਹੀਂ ਦਿੰਦੇ ਤਾਂ ਦੇਸ਼ ਵਿੱਚ ਕੋਈ ਵੀ ਕਾਨੂੰਨ ਜਾਂ ਐਕਟ ਨਹੀਂ ਬਣਦਾ, ਚਾਹੇ ਉਹ ਲੋਕ ਸਭਾ ਪਾਸ ਕਰਦੇ, ਚਾਹੇ ਉਹ ਰਾਜ ਸਭਾ ਪਾਸ ਕਰਦੇ। ਉਹ ਕਾਨੂੰਨ ਉਦੋਂ ਹੀ ਬਣੇਗਾ ਜਦੋਂ ਰਾਸ਼ਟਰਪਤੀ ਜੀ ਵੱਲੋਂ ਇਹਦੇ ਸੰਬੰਧੀ ਸਹਿਮਤੀ ਦੇ ਦਿੱਤੀ ਜਾਂਦੀ ਹੈ। ਠੀਕ ਹੈ ਜੀ। ਅੱਗੇ ਅੱਗੇ ਆ ਗਿਆ ਰਾਸ਼ਟਰਪਤੀ ਦੀ ਚੋਣ। ਇਹ ਵੀ ਆਰਟੀਕਲ ਏਡਾ ਇੰਪੋਰਟੈਂਟ ਨਹੀਂ, ਵੈਸੇ ਤੁਸੀਂ ਨਿਗਾਹ ਮਾਰ ਲੈਣੀ ਹੈ। ਠੀਕ ਹੈ ਜੀ। ਰਾਸ਼ਟਰਪਤੀ ਦੀ ਚੋਣ ਕੀ ਹੁੰਦੀ ਹੈ, ਇੱਕ ਕਹਿ ਰਹੀ ਟਰਾਂਸਫਰੇਬਲ ਵੋਟ, ਸਿੰਗਲ ਟਰਾਂਸਫਰੇਬਲ ਵੋਟ ਵਿਧੀ ਰਾਹੀਂ। ਸਿੰਗਲ, ਇੱਕ ਯਾਦ ਰੱਖੋ ਜਿਹੜਾ ਰਾਸ਼ਟਰਪਤੀ ਜਿਹੜਾ ਇਲੈਕਸ਼ਨ ਹੈ ਡਾਇਰੈਕਟ ਨਹੀਂ ਹੁੰਦਾ। ਡਾਇਰੈਕਟ ਇਲੈਕਸ਼ਨ ਆਪਣਾ ਹੁੰਦਾ ਲੋਕ ਸਭਾ ਦਾ। ਕਿਹਦਾ ਸਭਾ ਦਾ, ਲੋਕ ਸਭਾ, ਜਿਹੜੇ ਆਪਾਂ ਲੋਕ ਸਭਾ 'ਚ MP ਭੇਜਦੇ ਹਾਂ। ਇਹ ਹੁੰਦਾ ਇਨਡਾਇਰੈਕਟ। ਇਨਡਾਇਰੈਕਟ ਇਲੈਕਸ਼ਨ ਬੋਲਿਆ ਜਾਂਦਾ। ਰਾਸ਼ਟਰਪਤੀ ਦੀ ਜਿਹੜੀ ਚੋਣ ਪ੍ਰਕਿਰਿਆ ਕਿਹੜੀ ਹੈ, ਇਨਡਾਇਰੈਕਟ ਹੈ। ਅਪ੍ਰਤੱਖ ਪੰਜਾਬੀ 'ਚ ਬੋਲਦੇ ਨੇ, ਅਪ੍ਰਤੱਖ ਜਿਹੜਾ ਹੈਗਾ ਚੋਣ ਵਿਧੀ ਰਾਹੀਂ ਰਾਸ਼ਟਰਪਤੀ ਦੀ ਚੋਣ ਹੁੰਦੀ ਹੈ। ਅਤੇ ਭਾਗ ਕੌਣ ਕੌਣ ਲੈਂਦਾ ਹੈ, ਅਪ੍ਰਤੱਖ ਦਾ ਮੀਨਿੰਗ ਹੈ ਵੀ ਜਨਤਾ ਭਾਗ ਨਹੀਂ ਲੈਂਦੀ, ਜਿਹੜੇ ਆਪਣੇ ਵੱਲੋਂ MP ਜਾਂ MLA ਚੁਣੇ ਹੁੰਦੇ ਉਹ ਭਾਗ ਲੈਂਦੇ। ਵੇਖੋ ਕਿਹੜੇ ਕਿਹੜੇ ਬੰਦੇ ਭਾਗ ਲੈਂਦੇ ਆ, ਦੋਨਾਂ ਸਦਨਾਂ ਦੇ। ਦੋਨਾਂ ਸਦਨ ਦਾ ਮੀਨਿੰਗ ਇੱਕ ਲੋਕ ਸਭਾ, ਇੱਕ ਰਾਜ ਸਭਾ। ਦੋ ਸਦਨ ਹੋ ਗਏ ਨਾ, ਇੱਕ ਲੋਕ ਸਭਾ, ਇੱਕ ਰਾਜ ਸਭਾ। ਇੱਕ ਤਾਂ ਹੋ ਗਿਆ ਆਪਣਾ ਅਪਰ ਹਾਊਸ, ਇੱਕ ਕਿਹੜਾ ਹੋ ਗਿਆ ਲੋਅਰ ਹਾਊਸ। ਲੋਕ ਸਭਾ ਰਾਜ ਸਭਾ ਦੇ ਚੁਣੇ ਹੋਏ ਮੈਂਬਰ, ਲੋਕ ਸਭਾ ਰਾਜ ਸਭਾ ਦੇ ਕਿਹੜੇ ਮੈਂਬਰ, ਸਿਰਫ ਚੁਣੇ ਹੋਏ। ਇਹ ਤੁਹਾਨੂੰ ਦੱਸਦਾ ਵੀ ਚੁਣੇ ਹੋਏ ਕਿਉਂ ਲਿਖਿਆ ਜੀ, ਇਹ 'ਚ ਕੀ ਫਰਕ ਹੈ। ਅਤੇ ਇੱਕ ਵਿਧਾਨ ਸਭਾ, ਵਿਧਾਨ ਸਭਾ ਜਿਹੜੀਆਂ ਆਪਣੀਆਂ ਹੁੰਦੀਆਂ ਜਿਵੇਂ ਰਾਜ ਸਰਕਾਰਾਂ ਦੀਆਂ, ਜਿਵੇਂ ਪੰਜਾਬ ਸਰਕਾਰ ਦੀ ਵਿਧਾਨ ਸਭਾ, ਹਰਿਆਣੇ ਦੀ। ਠੀਕ ਹੈ। ਇਹਨਾਂ ਦੇ ਕਿਹੜੇ ਲੈਂਦੇ, MLA। ਜਿੰਨੇ ਵੀ ਵਿਧਾਨ ਸਭਾ ਹੈ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਹੈ, ਵਿਧਾਨ ਸਭਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਜਿੱਥੇ MLA ਚੁਣੇ ਜਾਂਦੇ। MLA ਚੁਣੇ ਜਾਂਦੇ, ਇੱਕ ਦਿੱਲੀ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ 'ਚ, ਇੱਕ ਚੁਣੇ ਜਾਂਦੇ ਪੁਡੂਚੇਰੀ 'ਚ। ਉਹਨਾਂ ਦੇ ਚੁਣੇ ਹੋਏ MLA ਵੀ ਕੀ ਹੈਗੇ, ਰਾਸ਼ਟਰਪਤੀ ਦੀ ਚੋਣ ਪ੍ਰਕਿਰਿਆ ਵਿੱਚ ਵੋਟ ਭਾਗ ਲੈਂਦੇ ਆ। ਹੁਣ ਜੰਮੂ ਕਸ਼ਮੀਰ ਜਿਹੜੀ ਬਣੀ ਹੈ, ਮੰਨ ਲਓ ਇੱਕ ਤਾਂ ਲੱਦਾਖ UT ਬਣ ਗਈ, ਜੰਮੂ ਕਸ਼ਮੀਰ ਵੀ UT ਬਣੀ, ਪਰ ਉਹ 'ਚ ਵੀ MLA ਹੈਗੇ ਹੈ। ਠੀਕ ਹੈ। ਉਹਦੇ ਵਿੱਚ ਵੀ ਕੀ ਹੈਗੇ, MLA। ਜਦੋਂ ਹੁਣ ਇਲੈਕਸ਼ਨ ਹੋਇਆ ਸੀ ਉਦੋਂ ਇਹ UT ਨਹੀਂ ਬਣੀ ਸੀ, ਉਦੋਂ ਹਜੇ UT ਇਹ ਬਣੀ ਨਹੀਂ ਸੀਗੀ ਇਹਨਾਂ ਨੇ। ਠੀਕ ਹੈ। ਉਦੋਂ ਫਿਰ ਇਹਨਾਂ ਦੇ MLA ਨੇ ਉਦੋਂ ਭਾਗ ਹਜੇ ਨਹੀਂ ਲਿਆ ਸੀਗਾ। ਅੱਗੇ ਵੇਖੋ ਜੀ, ਰਾਸ਼ਟਰਪਤੀ ਦਾ ਜਿਹੜਾ ਪਹਿਲਾਂ ਸੱਚਾ ਰਹਿ ਗਿਆ ਜੀ, ਇਹ 'ਚ ਮੈਂ ਤੁਹਾਨੂੰ ਕਿਹਾ ਵੀ ਚੁਣੇ ਹੋਏ ਮੈਂਬਰ ਭਾਗ ਲੈਂਦੇ ਆ। ਕਿਹੜੇ ਮੈਂਬਰ ਭਾਗ ਲੈਂਦੇ ਆ, ਸਿਰਫ ਚੁਣੇ ਹੋਏ। ਇੱਕ ਗੱਲ ਯਾਦ ਰੱਖਣੀ, ਰਾਜ ਸਭਾ ਹੁੰਦੀ ਨਾ, ਰਾਜ ਸਭਾ, ਰਾਜ ਸਭਾ ਅਤੇ ਲੋਕ ਸਭਾ ਦੋਨਾਂ ਦੀ ਗੱਲ ਕਰਦੇ ਹਾਂ। ਪਹਿਲਾਂ ਰਾਜ ਸਭਾ ਵੇਖੋ, ਰਾਜ ਸਭਾ ਵਿੱਚ 12 ਮੈਂਬਰ ਇਹੋ ਜਿਹੇ ਹੁੰਦੇ ਆ, 12 ਮੈਂਬਰ ਇਹੋ ਜਿਹੇ ਹੁੰਦੇ ਆ ਜਿਹੜੇ ਰਾਸ਼ਟਰਪਤੀ ਸਿੱਧੇ ਨਾਮਜ਼ਦ ਕਰਦਾ, ਸਿੱਧੇ ਨੋਮੀਨੇਟ ਕੀਤੇ ਜਾਂਦੇ ਆ ਕਿ ਤੁਹਾਨੂੰ MP ਬਣਾਤਾ ਜੀ ਰਾਜ ਸਭਾ ਦਾ। ਰਾਜ ਸਭਾ ਦੇ ਵਿੱਚ 12 ਮੈਂਬਰ ਇਹੋ ਜਿਹੇ ਹੁੰਦੇ ਆ ਜਿਹੜੇ ਸਿੱਧੇ ਰਾਸ਼ਟਰਪਤੀ ਵੱਲੋਂ ਨੋਮੀਨੇਟ ਕਰ ਦਿੱਤੇ ਜਾਂਦੇ ਆ ਕਿ ਤੁਸੀਂ ਜੀ ਸਿੱਧਾ ਹੀ ਕੀ ਬਣ ਗਏ, ਰਾਜ ਸਭਾ ਦੇ MP ਬਣ ਗਏ। ਠੀਕ ਹੈ ਜੀ। ਉਹ ਇਹਦੇ ਵਿੱਚ ਭਾਗ ਨਹੀਂ ਲੈਂਦੇ। ਰਾਸ਼ਟਰਪਤੀ ਦੀ ਜਿਹੜੀ ਚੋਣ ਪ੍ਰਕਿਰਿਆ ਵਿੱਚ ਜਿਹੜੇ ਹੈਗੇ ਜਿਹੜੇ ਨੋਮੀਨੇਟ ਮੈਂਬਰ ਆ ਉਹ ਭਾਗ ਨਹੀਂ ਲੈਂਦੇ। ਉਵੇਂ ਲੋਕ ਸਭਾ ਵਿੱਚ ਰਾਸ਼ਟਰਪਤੀ ਕਿੰਨੇ ਮੈਂਬਰ ਨਾਮਜ਼ਦ ਕਰਦੇ ਆ, 2। ਪਹਿਲਾਂ ਕਰਦੇ ਸੀ, ਹੁਣ ਇਹ ਖਤਮ ਕਰਤੀ। ਵੈਸੇ ਪਹਿਲਾਂ ਜੇ ਤੁਹਾਨੂੰ ਪੇਪਰ 'ਚ ਹੋਣ ਆਵੇ ਵੀ ਹੁਣ ਲੋਕ ਸਭਾ ਵਿੱਚ ਕਿੰਨੇ ਮੈਂਬਰ ਰਾਸ਼ਟਰਪਤੀ ਨੋਮੀਨੇਟ ਕਰਦੇ ਆ, ਹੁਣ ਹੈਗਾ 0। ਪਹਿਲਾਂ ਕਿੰਨੇ ਕਰਦੇ ਹੁੰਦੇ ਸੀ, 2। ਲੋਕ ਸਭਾ 'ਚ 2, ਰਾਜ ਸਭਾ 'ਚ ਹੁਣ ਵੀ ਕਰਦੇ ਆ। ਰਾਜ ਸਭਾ 'ਚ ਹੁਣ ਵੀ ਕਿੰਨੇ ਮੈਂਬਰ ਨੋਮੀਨੇਟ ਕੀਤੇ ਜਾਂਦੇ ਰਾਸ਼ਟਰਪਤੀ ਵੱਲੋਂ, 12 ਜਾਣੇ। ਰਾਸ਼ਟਰਪਤੀ ਚੁਣਾਵ ਵਿੱਚ ਸਦਨਾਂ ਦੇ ਨਾਮਜ਼ਦ ਮੈਂਬਰ ਹਿੱਸਾ ਨਹੀਂ ਲੈਂਦੇ। ਆ ਵੇਖੋ ਤੁਹਾਨੂੰ ਦੱਸਤਾ, ਰਾਸ਼ਟਰਪਤੀ ਚੁਣਾਵ ਵਿੱਚ ਸਦਨਾਂ ਦੇ ਨਾਮਜ਼ਦ ਮੈਂਬਰ, ਨਾਮਜ਼ਦ ਮੀਨਿੰਗ ਨੋਮੀਨੇਟ। ਲੋਕ ਸਭਾ 'ਚ ਕਿੰਨੇ ਮੈਂਬਰ ਨੋਮੀਨੇਟ ਹੁੰਦੇ ਸੀ, 2। ਹੁਣ ਇਹ ਵੀ ਖਤਮ ਹੋ ਗਏ। ਹੁਣ ਕੋਈ ਵੀ ਨੋਮੀਨੇਟ ਲੋਕ ਸਭਾ ਵਿੱਚ ਨਹੀਂ ਹੁੰਦਾ ਰਾਸ਼ਟਰਪਤੀ ਜੀ ਵੱਲੋਂ। ਠੀਕ ਹੈ ਜੀ। ਅਤੇ ਉੱਧਰ ਕਿੰਨੇ ਹੋ ਗਏ ਹੈਗੇ ਆ, 12। ਰਾਜ ਸਭਾ ਵਿੱਚ ਕਿੰਨੇ ਹੋ ਗਏ, 12। ਇਹ ਹੁੰਦੇ ਆ ਹੁਣ ਵੀ। ਰਾਸ਼ਟਰਪਤੀ ਦਾ ਚੁਣਾਵ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੁਆਰਾ ਕਰਾਇਆ ਜਾਂਦਾ ਹੈ। ਵੇਖੋ ਜਿੰਨੇ ਵੀ ਇੰਪੋਰਟੈਂਟ ਚੁਣਾਵ ਹੈ, ਜਿੰਨੇ ਵੀ ਇਲੈਕਸ਼ਨ ਹੁੰਦੇ, ਸਾਰੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੀ ਕਰਾਉਂਦਾ ਹੈ। ਸਿਰਫ ਆਪਣੇ ਪੰਚਾਇਤਾਂ ਲਈ ਨਹੀਂ ਕਰਾਉਂਦਾ। ਜਿਹੜੇ ਆਪਣੇ ਪੰਚਾਇਤਾਂ ਵਾਲੇ ਇਲੈਕਸ਼ਨ ਹੁੰਦੇ ਆ ਸਟੇਟ ਵਿੱਚ, ਜਿਵੇਂ ਸਰਪੰਚ ਚੁਣਨਾ,
MC वाला इलैक्शन हुंदा है वो कौन करवाउंदी है? राज सरकार। ये याद रखना जी। ਜਿਹੜੇ ਆਪਣੇ ਪੰਚਾਇਤਾਂ ਦੇ ਸਰਪੰਚ, ਬਲਾਕ ਸਮਿਤੀ ਤੇ ਸ਼ਹਿਰਾਂ ਦੇ ਵਿੱਚ MCਆਂ ਦੇ ਇਲੈਕਸ਼ਨ ਹੁੰਦਾ ਹੈ ਉਹ ਕੌਣ ਕਰਵਾਉਂਦੀ ਹੈ? ਸਟੇਟ ਗੌਰਮੈਂਟ ਕਰਵਾਉਂਦੀ ਹੈ। ਠੀਕ ਹੈ ਜੀ। ਜਿਹੜੇ ਮੰਨ ਲਓ ਦੂਜੇ ਚੁਣਾਵ ਹੈਗੇ ਆ, ਚਾਹੇ ਉਹ MLA ਦੇ ਆ, ਚਾਹੇ ਉਹ MP ਦੇ ਆ, ਕੋਈ ਵੀ ਵੱਡੇ ਇਲੈਕਸ਼ਨ ਹੈ, ਸਿਰਫ ਇਹਨੂੰ ਛੱਡ ਕੇ ਪੰਚਾਇਤਾਂ ਤੇ ਆਪਣੇ MCਆਂ ਦੇ ਇਲੈਕਸ਼ਨ ਛੱਡ ਕੇ ਕੌਣ ਕਰਵਾਉਂਦਾ? ਇਲੈਕਸ਼ਨ ਕਮਿਸ਼ਨ ਆਫ ਇੰਡੀਆ। ਰਾਸ਼ਟਰਪਤੀ ਚੁਣਾਵ ਵੀ ਕੌਣ ਕਰਵਾਉਂਦਾ? ਇਲੈਕਸ਼ਨ ਕਮਿਸ਼ਨ ਆਫ ਇੰਡੀਆ। ਪਰੰਤੂ ਰਾਸ਼ਟਰਪਤੀ ਚੁਣਾਵ ਵਿੱਚ ਜੇ ਕੋਈ ਵਿਵਾਦ ਹੋ ਜੇ, ਜੇ ਰਾਸ਼ਟਰਪਤੀ ਚੁਣਾਵ ਦੇ ਪ੍ਰਕਿਰਿਆ ਦੇ ਵਿੱਚ ਜੇ ਕੋਈ ਡਿਸਪਿਊਟ ਰਾਈਜ਼ ਹੋ ਜੇ, ਕੋਈ ਵੀ ਡਿਸਪਿਊਟ ਆ ਜੇ ਤਾਂ ਉਹਦਾ ਨਿਪਟਾਰਾ ਕੌਣ ਕਰਦਾ? ਸੁਪਰੀਮ ਕੋਰਟ ਆਫ ਇੰਡੀਆ। ਤਾਂ ਉਹਦਾ ਨਿਪਟਾਰਾ ਕੌਣ ਕਰੇਗਾ? ਸੁਪਰੀਮ ਕੋਰਟ ਆਫ ਇੰਡੀਆ। ਠੀਕ ਹੈ ਜੀ। ਅੱਗੇ ਰਾਸ਼ਟਰਪਤੀ ਬਣਨ ਲਈ ਲੋੜੀਂਦੀ ਯੋਗਤਾ ਕੀ ਹੈ? ਰਾਸ਼ਟਰਪਤੀ ਬਣਨ ਲਈ ਲੋੜੀਂਦੀ, ਇਹਦਾ ਆਰਟੀਕਲ ਯਾਦ ਰੱਖਣਾ ਜੇ। ਰਾਸ਼ਟਰਪਤੀ ਬਣਨ ਦੇ ਲਈ ਜਿਹੜੀ ਲੋੜੀਂਦੀ ਯੋਗਤਾ ਉਹ ਆਰਟੀਕਲ ਕਿੰਨਵਾਂ ਹੈਗਾ? 58। ਇਹ ਤੁਸੀਂ ਯਾਦ ਰੱਖਣਾ, ਪੇਪਰ 'ਚ ਕਈ ਵਾਰੀ ਆ ਜਾਂਦਾ। ਉਹ ਪਹਿਲੀ ਤਾਂ ਵੇਖੋ ਕੰਡੀਸ਼ਨ ਹੀ ਹੈ ਵੀ ਭਾਰਤ ਦਾ ਨਾਗਰਿਕ ਹੋਵੇ। ਉਮਰ ਯਾਦ ਰੱਖਿਓ ਜੀ, ਉਮਰ ਬੜੀ ਇੰਪੋਰਟੈਂਟ ਹੈ। ਰਾਸ਼ਟਰਪਤੀ ਜੇ ਮੰਨ ਲਓ ਕੋਈ ਵੀ ਬੰਦਾ ਰਾਸ਼ਟਰਪਤੀ, ਤੁਸੀਂ ਵੀ ਰਾਸ਼ਟਰਪਤੀ ਬਣਨਾ ਚਾਹੁੰਦੇ ਹੋ ਤਾਂ ਘੱਟੋ ਘੱਟ ਕਿੰਨੀ ਏਜ ਹੋਣੀ ਚਾਹੀਦੀ ਹੈ? 35 ਸਾਲ। ਇੱਥੇ ਕੁਝ ਹੋਰ ਫੈਕਟ ਯਾਦ ਰੱਖਿਓ। ਮੰਨ ਲਓ ਤੁਸੀਂ ਕੋਈ ਵੀ ਪੰਚਾਇਤ ਦਾ ਉਹ ਬਣਨਾ, ਪੰਚ ਬੋਲਦੇ ਨੇ ਉਹਨੂੰ, ਤਾਂ ਉਹਦੇ ਲਈ ਉਮਰ ਚਾਹੀਦੀ 21 ਸਾਲ। ਇਹ ਬਹੁਤ ਆਉਂਦਾ ਪੇਪਰ 'ਚ। ਪੰਚਾਇਤ ਸਮਿਤੀ ਦਾ ਸਰਪੰਚ ਜਾਂ ਉਹ ਜਿਹੜਾ ਪੰਚ ਬਣਦਾ ਹੈ ਉਹਦੀ ਉਮਰ ਕਿੰਨੀ ਸਾਲ ਚਾਹੀਦੀ ਹੈ? 21 ਸਾਲ। ਇਹ ਯਾਦ ਰੱਖਿਓ। ਲੋਕ ਸਭਾ ਲਈ ਕਿੰਨੀ ਚਾਹੀਦੀ ਹੈ? 25 ਸਾਲ। ਇਹ ਵੀ ਯਾਦ ਰੱਖਿਓ। ਲੋਕ ਸਭਾ ਮੈਂਬਰ ਬਣਨਾ ਹੈ, ਲੋਕ ਸਭਾ ਦਾ MP ਬਣਨਾ ਹੈ, ਕਿੰਨੀ ਚਾਹੀਦੀ ਹੈ? 25 ਸਾਲ। ਜੇ ਆਪਾਂ ਰਾਜ ਸਭਾ ਦਾ ਬਣਨਾ ਹੈ, ਅਪਰ ਹਾਊਸ ਦਾ, ਤਾਂ ਕਿੰਨੀ ਚਾਹੀਦੀ ਹੈ? 30 ਸਾਲ। ਕਿੰਨੀ ਉਮਰ ਚਾਹੀਦੀ ਹੈ? 30 ਸਾਲ। ਜੇ ਆਪਾਂ ਰਾਸ਼ਟਰਪਤੀ ਬਣਨਾ ਹੈ ਕਿੰਨੀ ਉਮਰ ਚਾਹੀਦੀ ਹੈਗੀ ਹੈ? ਕਿੰਨੀ ਚਾਹੀਦੀ ਹੈਗੀ ਹੈ? 35 ਸਾਲ। ਇਹ ਯਾਦ ਰੱਖਿਓ ਚਾਰ ਚੀਜ਼ਾਂ। ਆਹ ਤਾਂ ਵੈਰੀ ਇੰਪੋਰਟੈਂਟ ਆਪਾਂ ਕਰਾਂਗੇ ਪੰਚਾਇਤੀ ਰਾਜ 'ਚ। ਪੰਚਾਇਤੀ ਰਾਜ 'ਚ ਕਰਾਂਗੇ, ਬਹੁਤ ਪੁੱਛੀ ਜਾਂਦੀ ਹੈ। ਜੇ ਮੰਨ ਲਓ ਵੀ ਸਰਪੰਚ ਪੰਚ ਜਿਹੜਾ ਹੈਗਾ ਜਿਹੜੇ ਲੋਅਰ ਲੈਵਲ ਦੇ ਜਿਹੜੇ ਆਪਣੇ ਹੁੰਦੇ ਆ ਇਲੈਕਸ਼ਨ, ਉਹਦੇ ਲਈ ਮਿਨੀਮਮ ਏਜ ਕਿੰਨੀ ਚਾਹੀਦੀ ਹੈ? 21 ਸਾਲ। ਲੋਕ ਸਭਾ ਲਈ ਚਾਹੀਦੀ ਹੈ 25 ਸਾਲ, ਰਾਜ ਸਭਾ ਲਈ 30 ਸਾਲ, ਰਾਸ਼ਟਰਪਤੀ ਲਈ ਕਿੰਨੀ ਚਾਹੀਦੀ ਹੈਗੀ ਹੈ? 35 ਸਾਲ। ਇੱਕ ਇਹ 'ਚ ਲੋਕ ਸਭਾ ਦੇ ਮੈਂਬਰ ਦੀਆਂ ਸਾਰੀਆਂ ਸ਼ਰਤਾਂ, ਜਿਹੜੀਆਂ ਲੋਕ ਸਭਾ ਦਾ ਮੈਂਬਰ ਬਣਨ ਲਈ ਸ਼ਰਤਾਂ ਚਾਹੀਦੀਆਂ ਉਹ ਸਾਰੀਆਂ ਰਾਸ਼ਟਰਪਤੀ ਲਈ ਹੋਣੀ ਚਾਹੀਦੀਆਂ। ਸ਼ਰਤਾਂ ਕੀ ਹੁੰਦੀਆਂ? ਵੀ ਉਹ ਕੋਈ ਦਿਵਾਲੀਆ ਨਾ ਹੋਵੇ। ਦਿਵਾਲੀਆ ਦਾ ਮੀਨਿੰਗ ਹੈ ਵੀ ਬੈਂਕ ਕਰਪਟ, ਵੀ ਉਹਨੇ ਕੋਈ ਕਰਜ਼ਾ ਵਗੈਰਾ ਨਾ ਦੇਣਾ ਹੋਵੇ, ਉਹਦਾ ਦਿਵਾਲਾ ਨਾ ਨਿਕਲਿਆ ਹੋਵੇ। ਠੀਕ ਹੈ ਜੀ। ਉਹਦਾ ਮਾਈਂਡ ਕੀ ਹੋਵੇ? ਸਾਊਂਡ ਹੋਵੇ। ਸਾਊਂਡ ਮੀਨਿੰਗ ਤੰਦਰੁਸਤ ਜਿਹੜਾ ਹੈਗਾ ਦਿਮਾਗ ਹੋਵੇ। ਇਹ ਬੇਸਿਕ ਕੁਆਲੀਫਿਕੇਸ਼ਨ ਹੈ। ਜਿਹੜਾ ਦਿਮਾਗ ਹੈਗਾ ਬਿਲਕੁਲ ਵੇਖੋ ਐਡੀ ਵੱਡੀ ਪੋਸਟ 'ਤੇ ਬਹਿਣਾ ਹੈ, ਜੇ ਸਾਊਂਡ ਹੀ, ਜੇ ਮੰਨ ਲਓ ਵੀ ਜਿਹੜਾ ਆਪਣਾ ਮਾਈਂਡ ਹੈ ਉਹੀ ਆਪਣਾ ਸਾਊਂਡ ਨਹੀਂ ਹੋਏਗਾ, ਤੰਦਰੁਸਤ ਨਹੀਂ ਹੋਏਗਾ, ਤਾਂ ਇਹ ਜਿਹੜੇ ਫੈਸਲੇ ਕਿਵੇਂ ਹੋ ਸਕਦੇ ਆ? ਠੀਕ ਹੈ ਜੀ। ਇਹ ਬੇਸਿਕ ਕੁਆਲੀਫਿਕੇਸ਼ਨ। ਲਾਹ ਵਾਲਾ ਪਦ ਨਾ ਹੋਵੇ। ਇਹ ਯਾਦ ਵੇਖੋ ਕੀ ਹੁੰਦਾ ਲਾਹ ਵਾਲਾ ਪਦ। ਲਾਹ ਵਾਲੇ ਪਦ ਦਾ ਮੀਨਿੰਗ ਹੁੰਦਾ ਮੇਨ ਜੇ ਆਪਾਂ ਦੇਖਿਆ ਵੀ ਸਰਕਾਰੀ ਨੌਕਰੀ 'ਤੇ ਨਾ ਹੋਵੇ, ਕੋਈ ਵੀ ਸਰਕਾਰੀ ਨੌਕਰੀ ਵਾਲੀ ਪੋਸਟ 'ਤੇ ਨਾ ਹੋਵੇ। ਰਾਸ਼ਟਰਪਤੀ ਲਈ ਵੀ, ਲੋਕ ਸਭਾ ਦਾ ਮੈਂਬਰ ਬਣਨ ਲਈ ਵੀ, ਰਾਜ ਸਭਾ ਦਾ ਮੈਂਬਰ ਬਣਨ ਲਈ ਵੀ, ਲੋਕ ਸਭਾ ਦਾ ਮੈਂਬਰ, ਰਾਜ ਸਭਾ ਦਾ ਮੈਂਬਰ ਅਤੇ ਰਾਸ਼ਟਰਪਤੀ ਬਣਨਾ ਹੋਵੇ ਤਾਂ ਜੇ ਕੋਈ ਵਿਅਕਤੀ ਸਰਕਾਰੀ ਨੌਕਰੀ ਦੇ ਪਹਿਲਾਂ ਹੀ ਹੈਗਾ ਉਹਨੂੰ ਬੋਲਦੇ ਨੇ ਲਾਭ ਵਾਲਾ ਪਦ। ਠੀਕ ਹੈ ਜੀ। ਤਾਂ ਪਹਿਲਾਂ ਉਹਨੂੰ ਇਹਦੇ ਉੱਤੇ ਕੀ ਕਰਨਾ ਪਏਗਾ? ਰਿਜ਼ਾਈਨ ਦੇਣਾ ਪਏਗਾ। ਸਭ ਤੋਂ ਪਹਿਲਾਂ ਕੀ ਕਰਨਾ ਪਊਗਾ? ਰਿਜ਼ਾਈਨ ਦੇਣਾ ਪਏਗਾ। ਫਿਰ ਹੈ ਰਾਸ਼ਟਰਪਤੀ ਕਿਸੇ ਵੀ ਸਦਨ ਜਾਂ ਰਾਜ ਵਿਧਾਨ ਸਭਾ ਦਾ ਮੈਂਬਰ ਨਹੀਂ ਹੁੰਦਾ। ਰਾਸ਼ਟਰਪਤੀ ਕਿਸੇ ਵੀ ਸਦਨ ਜਾਂ ਰਾਜ ਵਿਧਾਨ ਸਭਾ ਦਾ, ਜਿਹੜਾ ਰਾਸ਼ਟਰਪਤੀ, ਇੱਕ MP ਰਾਸ਼ਟਰਪਤੀ ਨਹੀਂ ਬਣ ਸਕਦਾ। ਜੇ MP ਰਾਸ਼ਟਰਪਤੀ ਹੈ ਪਹਿਲਾਂ ਉਹਨੂੰ MP ਦੀ ਪੋਸਟ ਛੱਡਣੀ ਪਵੇਗੀ ਕੋਈ ਵੀ, ਜਾਂ ਨਾ ਹੀ MLA ਹੋ ਸਕਦਾ। ਜੇ ਕੋਈ ਵੀ ਵਿਅਕਤੀ ਪਹਿਲਾਂ ਹੀ MLA ਜਾਂ MP ਹੈ ਤਾਂ ਉਹਨੂੰ ਪਹਿਲਾਂ ਉਹ ਤੋਂ ਅਸਤੀਫਾ ਦੇਣਾ ਪਏਗਾ। ਠੀਕ ਹੈ ਜੀ। ਇਹਨਾਂ ਦੱਸੋ ਜੀ, ਸਮਝ ਆ ਰਿਹਾ ਜੀ? ਕਨਸੈਪਟ ਕਲੀਅਰ ਹੋ ਰਿਹਾ ਜੀ? ਹੋਰ ਦੱਸੋ ਜੀ। ਸੋਨੂੰ ਇਨਸਾਈ ਦਾ ਤਾਂ ਆ ਗਿਆ ਮੈਸੇਜ ਜੀ। ਹੋਰ ਜੀ ਕਨਸੈਪਟ ਵੇਖੋ ਜੀ, ਜਿਹੜੇ ਆਪਾਂ ਕਰ ਰਹੇ ਹਾਂ ਨਾ ਪੋਲਿਟੀ, ਜੇ ਕਨਸੈਪਟ ਸਮਝ ਕੇ ਕਰੋਗੇ ਜਲਦੀ ਯਾਦ ਹੋ ਜਾਣੀ। ਜੇ ਰੱਟਾ ਲਾਓਗੇ ਤਾਂ ਪੱਲੇ ਨਹੀਂ ਪੈਣੀਗੀ, ਭੁੱਲ ਜਾਓਗੇ। ਪਲੀਜ਼ ਕੋਈ ਰਿਪਲਾਈ ਕਰੋ ਜੀ। ਹੋਰ ਸੋਨੂੰ ਜੀ ਦਾ ਮੈਸੇਜ ਆਇਆ, ਬਾਕੀ ਵੇਖੋ ਜੀ ਕੋਈ ਰਿਪਲਾਈ ਕਰੋ ਜੀ। ਸਮਝ ਆ ਰਿਹਾ ਜੀ? ਅੱਗੇ ਸ਼ੁਰੂ ਕਰੀਏ ਫਿਰ ਆਪਾਂ। ਰਿਪਲਾਈ ਕਰੋ ਜੀ। ਕਿਸੇ ਦਾ ਰਿਪਲਾਈ ਨਹੀਂ ਆ ਰਿਹਾ? ਕੋਈ ਆਵਾਜ਼ ਨਹੀਂ ਆ ਰਹੀ ਕਿ ਕੋਈ ਰਿਪਲਾਈ ਨਹੀਂ ਆ ਰਿਹਾ? ਅੱਗੇ ਕਰੀਏ ਫਿਰ। ਆ ਗਿਆ ਜੀ ਇਹ ਕੁਐਸਚਨ ਆਨਸਰ ਆ ਗਏ ਪਹਿਲਾਂ। ਅੱਗੇ ਹੈਗਾ ਕਾਫੀ ਵੱਡਾ ਟੋਪਿਕ ਅੱਜ ਆਪਣਾ, 2-3 ਪਾਰਟ 'ਚ ਕਰਾਂਗੇ ਆਪਾਂ। ਭਾਰਤੀ ਸੰਵਿਧਾਨ ਅਨੁਸਾਰ ਦੇਸ਼ ਦਾ ਪਹਿਲਾ ਨਾਗਰਿਕ, ਤੁਹਾਨੂੰ ਦੱਸਤਾ ਵੀ ਪਹਿਲਾ ਨਾਗਰਿਕ ਕੌਣ ਹੁੰਦਾ? ਰਾਸ਼ਟਰਪਤੀ।
सब तो पहला नागरिक कौन हुंदा अपने? राष्ट्रपति। राष्ट्रपति बनने ਲਈ कितनी उम्र चाहिए है? ਤੁਹਾਨੂੰ ਇਹ ਦੱਸਤਾ 35 साल। 21 साल ਕਿਹਦੇ ਲਈ ਹੈਗੀ ਹੈ? पंचायत मैंबर। जे पंचायत का मैंबर बनना है तो उम्र कितनी चाहिए? 21 साल। जे आप लोक सभा का MP बनना है, लोक सभा का MP, तो कितनी चाहिए? 25 साल। जे राज सभा का MP बनना है, ये याद रखियो, फिर अगे आउणगे करांगे आपां। राज सभा का मैंबर बनना है, कितनी उम्र चाहिए है? 30 साल। राष्ट्रपति बनना है तो कितनी उम्र चाहिए हैगी है? 35 साल। ठीक है जी। अगे राष्ट्रपति का इलैक्शन कराने की जिम्मेवारी किहदी है? किहदी हैगी है? भारतीय चोण कमीशन, इलैक्शन कमीशन ऑफ इंडिया, इलैक्शन कमीशन ऑफ इंडिया। ये याद रखना ये जिहड़ी पंचायतां दे, ठीक है, स्थानक पद्धर ते याद रख लो, स्थानक पद्धर दी सरकारां हुंदियां। जिहड़ी स्थानक पद्धर ते जिहड़ी सरकार हुंदी है ਉਹਦਾ इलैक्शन नहीं इलैक्शन कमीशन ऑफ इंडिया करवाਉਂਦਾ। स्थानक पद्धर जी सरकार होंगी है ਉਹਦਾ इलैक्शन कौन करवाਉਂਦਾ? राज सरकार। कौन करवाਉਂਦਾ? स्थानक पद्धर का जिहड़ा इलैक्शन है राज सरकार करवाਉਂਦੀ है। स्थानक पद्धर ਨੂੰ ਛੱਡ ਕੇ जिन्ने भी इलैक्शन है MP ਦੇ, MLA ਦੇ, ਉਹ कौन करवाਉਂਦਾ? इलैक्शन कमीशन ऑफ इंडिया, भारतीय चोण कमीशन। राष्ट्रपति चुनाव ਵਿੱਚ किस ਨੂੰ वोट ਪਾਉਣ ਦਾ अधिकार है? वेखो किहनूं वोट पाउण ਦਾ अधिकार है, किहनूं वोट पाउंदा है? सिर्फ लोक सभा ਜਾਂ राज सभा के समूह मैंबर। समूह ਦੇ ਵਿੱਚ ਵੇਖੋ नोमीनेटेड भी आ गए, तो ਆਪਾਂ ਕੀਤਾ ਸੀ नोमीनेटेड मैंबर ਇਹਦੇ ਵਿੱਚ वोट नहीं पा सकते। जे समूह शब्द लिखिਆ तो ਉਹਦੇ ਵਿੱਚ ਜਿਹੜੇ नामजद ਦਾ मीनिंग है ਜਿਹੜੇ राष्ट्रपति राज सभा ਵਿੱਚ 12 मैंबर नामजद करते हैं, लोक सभा 'ਚ किन्ने सीगे? 2। ਹੁਣ ਉਹ लोक सभा वाली कंडीशन खत्म करती। ਇਹ 'ਚ ਕਿਹੜੇ-ਕਿਹੜੇ मैंबर होणगे? लोक सभा राज सभा के सिर्फ इलैक्टेड मैंबर, ਜਿਹੜੇ लोक सभा ਤੇ राज सभा चुने हुए मैंबर, इलैक्टेड का मीनिंग है चुने हुए मैंबर। राज विधान सभा ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਇਲੈਕਟਡ ਮੈਂਬਰ, ਜਿਹੜੀਆਂ ਵੀ ਵਿਧਾਨ ਸਭਾ ਹੈ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਉਹਦੇ ਵਿੱਚ ਸਿਰਫ ਇਲੈਕਟਡ ਮੈਂਬਰ ਹੀ ਵੋਟ ਪਾ ਸਕਦੇ ਆ, ਚਾਹੇ ਉਹ ਲੋਕ ਸਭਾ ਹੋਵੇ, ਚਾਹੇ ਰਾਜ ਸਭਾ, ਚਾਹੇ ਕੀ ਹੋਵੇ ਵਿਧਾਨ ਸਭਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਹੈ। ਜਿਹੜੇ ਇਲੈਕਟਡ ਮੈਂਬਰ ਕਿਹੜੇ ਹੋਣਗੇ? ਉੱਥੇ MLA। ਇਲੈਕਟਡ ਮੈਂਬਰ ਕਿਹੜੇ ਹੋਣਗੇ? ਲੋਕ ਸਭਾ ਜਿਹੜੇ ਰਾਜ ਵਿਧਾਨ ਸਭਾ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤਾਂ MLA ਹੋਣਗੇ। ਤੇ ਆ ਕੀ ਹੋ ਗਏ? ਲੋਕ ਸਭਾ ਤੇ ਰਾਜ ਸਭਾ ਵਿੱਚ ਕਿਹੜੇ ਹੋ ਗਏ? MP ਹੋ ਗਏ। ठीक है जी। ये आ गया राष्ट्रपति बनने लिए कितनी उम्र घट्टो घट चाहिए? राष्ट्रपति बनने वास्ते घट्टो घट कितनी उम्र? ये गलत आ गया जी, इत्थे एक क्वेश्चन गलत हो गया। राष्ट्रपति बनने वास्ते घट्टो घट कितनी उम्र होनी चाहिए? कितनी होनी चाहिए? 35 साल। ये ऑप्शन इत्थे गलत लिखिया गई। उम्र कितनी चाहिए हैगी है? 35 साल। ठीक है जी, उम्र की गल की जे। आ तीनों संसद के अंग हैगे है। राष्ट्रपति होया, कौंसल ऑफ स्टेट, कौंसल ऑफ स्टेट का मीनिंग है राज सभा। कौंसल ऑफ स्टेट का मीनिंग की है? राज सभा। लोगों का घर, हाउस ऑफ पीपल, हाउस ऑफ पीपल की बोलिया जाता? लोक सभा। जी राज सभा है, लोक सभा तो राष्ट्रपति तीनों मिला दिए तो इनू की बोलिया जाता? संसद के अंग। संसद के अंग। ये संसद के किन्ने अंग आ अपने? 3। संसद के किन्ने अंग है? 3। किहड़े-किहड़े? एक राष्ट्रपति है, एक लोक सभा है, एक किहड़ी हैगी? राज सभा। तो उम्र कितनी चाहिए राष्ट्रपति बनने लिए? 35 साल। अगला टॉपिक आ गया जी। अगला टॉपिक करिए जी। समझ आया जी? फर्स्ट टॉपिक समझ आया जी? सारे जाने प्लीज़ चैट च रिप्लाई करो जी, फिर आप अगला शुरू करिए। किसी का रिप्लाई नहीं आ रहा, प्लीज़ दसो भी समझ आ रहा कि नहीं आ रहा? रिप्लाई नहीं आ रहा। जो मेरी आवाज़ आ रही है, आवाज़ आ रही है जी? आवाज़ दसो आ रही है कि नहीं आ रही जी?